ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਵਰਖਾ ਰੁੱਤ ਉਪਰੰਤ ਜਦ ਸਰਦ ਰੁੱਤ ਆ ਗਈ ਤਾਂ ਗੁਰੂ ਜੀ ਇਕਾਗਰ ਬਿਰਤੀ ਕਰਕੇ ਘਰ ਵਿੱਚ ਹੀ ਇਕਾਂਤ ਹੀ ਲੇਟੇ ਰਹਿੰਦੇ। ਇੱਕ ਦਿਨ ਮਾਤਾ ਜੀ ਨੇ ਕਿਹਾ, ਪੁੱਤਰ ਇਸ ਤਰ੍ਹਾਂ ਚੁੱਪਚਾਪ ਬਿਮਾਰਾਂ ਵਾਂਗ ਕਿਉਂ ਲੇਟੇ ਰਹਿੰਦੇ ਹੋ? ਆਪਣੇ ਘਰ ਦਾ ਕੋਈ ਕੰਮ ਕਾਜ ਦਿਲ ਲਾ ਕੇ ਕਰਿਆ ਕਰੋ। ਜੇਕਰ ਖੇਤੀ ਦਾ ਕੰਮ ਚੰਗਾ ਨਹੀਂ ਲੱਗਦਾ ਤਾਂ ਕੋਈ ਵਣਜ ਵਪਾਰ ਦਾ ਕੰਮ ਕਰ ਲਵੋ। ਕੰਮ ਕਰੋਗੇ ਤਾਂ ਮਨ ਪਰਚਿਆ ਰਹੇਗਾ, ਘਰ ਧਨ ਆਵੇਗਾ। ਕੋਈ ਭਲਾ ਖੱਤਰੀ ਤੁਹਾਨੂੰ ਕਮਾਊ ਵੇਖ ਕੇ ਆਪਣੀ ਲੜਕੀ ਦਾ ਰਿਸ਼ਤਾ ਦੇ ਦੇਵੇਗਾ। ਤੁਸੀਂ ਪਰਿਵਾਰ ਵਾਲੇ ਹੋ ਜਾਵੋਗੇ। ਵੇਖ, ਤੇਰਾ ਰੰਗ ਪੀਲਾ ਹੋ ਗਿਆ ਹੈ, ਸਰੀਰ ਲਿੱਸਾ ਤੇ ਕਮਜ਼ੋਰ ਹੋ ਗਿਆ ਹੈ। ਜੇਕਰ ਤੈਨੂੰ ਕੋਈ ਰੋਗ ਹੈ ਤਾਂ ਦੱਸ, ਮੈਂ ਵੈਦ ਨੂੰ ਬੁਲਾ ਕੇ ਤੇਰਾ ਇਲਾਜ ਕਰਾਵਾਂ। ਮਾਤਾ ਜੀ ਦੀਆਂ ਇਹਨਾਂ ਗੱਲਾਂ ਦਾ ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ। ਤਦ ਮਾਤਾ ਜੀ ਨੇ ਨਿਸ਼ਚੈ ਹੀ ਗੁਰੂ ਜੀ ਨੂੰ ਕੋਈ ਰੋਗ ਸਮਝ ਕੇ ਵੈਦ ਹਰਦਿਆਲ ਨੂੰ ਬੁਲਾ ਕੇ ਗੁਰੂ ਜੀ ਦੀ ਬਾਂਹ ਵਿਖਾਈ। ਜਦ ਵੈਦ ਨੂੰ ਰੋਗ ਦਾ ਕੁਝ ਪਤਾ ਨਾ ਲੱਗਾ ਤਾਂ ਗੁਰੂ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ। ਵੈਦ ਹਰੀਦਾਸ ਆਪ ਜੀ ਦੇ ਇਹ ਵਿਚਾਰ ਸੁਣ ਕੇ ਹੈਰਾਨ ਹੋ ਗਿਆ ਅਤੇ ਉਸਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਆਪ ਜੀ ਦੇ ਬਚਨ ਸੁਣ ਕੇ ਮੇਰੀ ਅਗਿਆਨਤਾ ਦੂਰ ਹੋ ਗਈ ਹੈ। ਆਪ ਕਿਰਪਾ ਕਰਕੇ ਮੇਰੇ ਮਨ ਦਾ ਰੋਗ ਹੰਕਾਰ ਵੀ ਦੂਰ ਕਰ ਦਿਓ। ਵੈਦ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ, ਸਤ ਸੰਗ ਕਰਿਆ ਕਰੋ। ਹਉਮੈ ਰੋਗ ਨੂੰ ਦੂਰ ਕਰਨ ਵਾਲਾ ਇਹੀ ਇੱਕ ਵੱਡਾ ਦਾਰੂ ਹੈ। ਇਸ ਦਸ਼ਾ ਵਿੱਚ ਹੀ ਗੁਰੂ ਜੀ ਨੂੰ ਜਦ 2 ਮਹੀਨੇ ਬੀਤ ਗਏ ਤਾਂ ਫਿਰ ਆਪਣੇ ਆਪ ਹੀ ਮਨ ਮਰਜ਼ੀ ਨਾਲ ਉੱਠ ਕੇ ਥੋੜਾ ਥੋੜਾ ਖਾਣਾ ਪੀਣਾ ਅਤੇ ਤੁਰਨਾ ਫਿਰਨਾ ਆਰੰਭ ਕਰ ਦਿੱਤਾ। ਮਾਤਾ ਪਿਤਾ ਆਪ ਜੀ ਦੀ ਸੁਧਰੀ ਦਸ਼ਾ ਨੂੰ ਵੇਖ ਕੇ ਬੜੇ ਖੁਸ਼ ਹੋਏ। ਸਾਰੇ ਸੰਬੰਧੀ ਆਪ ਜੀ ਨੂੰ ਵੇਖਣ ਆਏ ਅਤੇ ਸਭ ਨੇ ਪ੍ਰਸੰਨਤਾ ਪ੍ਰਗਟ ਕਰਕੇ ਆਖਿਆ ਕਿ ਇਸ ਦਾ ਜਿਹੜਾ ਅੰਦਰਲਾ ਰੋਗ ਸੀ ਉਹ ਦੂਰ ਹੋ ਗਿਆ ਹੈ। ਮਹਿਤਾ ਜੀ ਨੂੰ ਵਧਾਈ ਹੋਵੇ। ਜਦ ਕੁਝ ਸਮਾਂ ਆਪ ਜੀ ਨੂੰ ਘਰ-ਬਾਰ ਮੇਲ ਮਿਲਾਪ ਕਰਦਿਆਂ ਨੂੰ ਬੀਤ ਗਿਆ ਤਾਂ ਇੱਕ ਦਿਨ ਮਹਿਤਾ ਜੀ ਨੇ ਆਪ ਜੀ ਨੂੰ ਕਿਹਾ ਕਿ ਆਪਣੇ ਨਾਲ ਭਾਈ ਬਾਲੇ ਨੂੰ ਲੈ ਕੇ 20 ਰੁਪਏ ਲੈ ਜਾਓ ਤੇ ਕਿਸੇ ਦੂਸਰੇ ਨਗਰ ਤੋਂ ਲਾਹੇਵੰਦਾ ਸੌਦਾ ਕਰਕੇ ਲਿਆਓ। ਗੁਰੂ ਜੀ ਸਤ ਬਚਨ ਆ ਕੇ ਪਿਤਾ ਜੀ ਤੋਂ 20 ਰੁਪਏ ਫੜ ਲਏ ਅਤੇ ਵਾਲੇ ਨੂੰ ਨਾਲ ਲੈ ਕੇ ਘਰ ਤੋਂ ਤੁਰ ਪਏ। ਤੁਰੇ ਤੁਰੇ ਜਾਂਦੇ ਰਸਤੇ ਵਿੱਚ ਪਿੰਡ ਝੂੜਕਾਣੇ ਪਾਸ ਆਪ ਜੀ ਨੂੰ ਇੱਕ ਸਾਧੂ ਮੰਡਲੀ ਡੇਰਾ ਕਰਕੇ ਬੈਠੀ ਹੋਈ ਮਿਲੀ। ਸਾਰੀ ਮੰਡਲੀ ਹੀ ਭਜਨ ਸਿਮਰਨ ਵਿੱਚ ਲੱਗੀ ਹੋਈ ਸੀ। ਗੁਰੂ ਜੀ ਨੇ ਵਾਲੇ ਨੂੰ ਕਿਹਾ ਕਿ ਇੱਥੇ ਸਾਨੂੰ ਇੱਕ ਖਰਾ ਸੌਦਾ ਲੱਭਾ ਹੈ, ਇਸ ਨੂੰ ਛੱਡਣਾ ਨਹੀਂ ਚਾਹੀਦਾ। ਇਹ ਵਿਚਾਰ ਕਰਕੇ ਗੁਰੂ ਜੀ ਨੇ ਝੂੜਕਾਣੇ ਨਗਰ ਵਿੱਚੋਂ 20 ਰੁਪਈਆਂ ਦੀ ਰਸਤ, ਆਟਾ, ਚਾਵਲ, ਮਿਸ਼ਟਾਨ, ਘਿਓ ਆਦਿ ਲੈ ਕੇ ਸੰਤ ਮੰਡਲੀ ਦੀ ਭੇਟਾ ਕਰ ਦਿੱਤਾ ਅਤੇ ਆਪ ਉਹਨਾਂ ਨੂੰ ਪ੍ਰਣਾਮ ਕਰਕੇ ਭਾਈ ਬਾਲੇ ਨਾਲ ਤਲਵੰਡੀ ਨੂੰ ਖਾਲੀ ਹੱਥ ਮੁੜ ਆਏ। ਇਸ ਤਰ੍ਹਾਂ ਜਦ ਗੁਰੂ ਜੀ ਖਾਲੀ ਹੱਥ ਹੀ ਵਾਪਸ ਮੁੜ ਆਏ ਤਾਂ ਪਿੰਡ ਦੇ ਪਾਸ ਆਣ ਕੇ ਬਾਹਰ ਇੱਕ ਸੁੱਕੇ ਤਾਲ ਦੇ ਕਿਨਾਰੇ ਬ੍ਰਿਛ ਹੇਠਾਂ ਬੈਠ ਗਏ ਅਤੇ ਭਾਈ ਬਾਲਾ ਆਪਣੇ ਘਰ ਆ ਗਿਆ। ਮਹਿਤਾ ਕਾਲੂ ਜੀ ਨੇ ਜਦ ਭਾਈ ਬਾਲੇ ਨੂੰ ਪੁੱਛਿਆ ਕਿ ਨਾਨਕ ਜੀ ਕਿੱਥੇ ਹਨ ਅਤੇ ਕੀ ਸੌਦਾ ਕਰਕੇ ਆਏ ਹਨ, ਤਦ ਭਾਈ ਬਾਲੇ ਨੇ ਸਾਰੀ ਗੱਲ ਦੱਸੀ ਕਿ ਨਾਨਕ ਜੀ 20 ਰੁਪਏ ਦੀ ਰਸਤ ਲੈ ਕੇ ਝੂੜਕਾਣੇ ਪਾਸ ਬੈਠੇ ਸਾਧੂਆਂ ਨੂੰ ਦੇ ਆਏ ਹਨ ਅਤੇ ਆਪ ਬਾਹਰ ਤਾਲ ਪਾਸ ਬੈਠੇ ਹਨ। ਇਹ ਗੱਲ ਸੁਣ ਕੇ ਮਹਿਤਾ ਜੀ ਨੇ ਸੁੱਕੇ ਤਾਲ ਪਾਸ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ 2 ਚਪੇੜਾਂ ਗੁੱਸੇ ਨਾਲ ਮਾਰੀਆਂ ਅਤੇ ਕੁਝ ਵੱਧ ਘੱਟ ਗੱਲਾਂ ਵੀ ਆਖੀਆਂ। ਇਸ ਗੱਲ ਦਾ ਜਦ ਰਾਏ ਬੁਲਾਰ ਨੂੰ ਪਤਾ ਲੱਗਾ ਤਾਂ ਉਸਨੇ ਮਹਿਤਾ ਕਾਲੂ ਜੀ ਨੂੰ ਸੱਦ ਕੇ ਕਿਹਾ, ਤੂੰ ਇਹਨਾਂ ਨੂੰ ਕੁਝ ਨਾ ਆਖਿਆ ਕਰ। ਇਹ ਜੋ ਨੁਕਸਾਨ ਕਰਨ ਤੂੰ ਮੇਰੇ ਪਾਸੋਂ ਪੂਰਾ ਕਰ ਲਿਆ ਕਰ। ਇਹ ਤੇਰੇ ਘਰ ਤੇਰੀਆਂ ਕੁੱਲਾਂ ਤੱਥ ਸੰਸਾਰ ਨੂੰ ਤਾਰਨ ਵਾਲਾ ਪੁੱਤਰ ਹੋਇਆ ਹੈ, ਇਹਨਾਂ ਦਾ ਨਿਰਾਦਰ ਨਾ ਕਰਿਆ ਕਰ। ਗੁਰੂ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਸੁਲਤਾਨਪੁਰ ਲੋਧੀ ਜੈ ਰਾਮ ਜੀ ਨਾਲ ਵਿਆਹੀ ਹੋਈ ਸੀ। ਇਸ ਸਮੇਂ ਵਿੱਚ ਹੀ ਜਦ ਉਹ ਦੋਵੇਂ
ਜਣੇ ਤਲਵੰਡੀ ਆਏ ਤਾਂ ਮਹਿਤਾ ਕਾਲੂ ਜੀ ਨੇ ਅਤੇ ਰਾਏ ਬੁਲਾਰ ਨੇ ਸਲਾਹ ਕਰਕੇ ਗੁਰੂ ਜੀ ਨੂੰ ਉਹਨਾਂ ਨਾਲ ਸੁਲਤਾਨਪੁਰ ਭੇਜ ਦਿੱਤਾ ਅਤੇ ਆਖਿਆ ਕਿ ਇਹਨਾਂ ਨੂੰ ਉੱਥੇ ਆਪਣੇ ਪਾਸ ਹੀ ਕਿਸੇ ਚੰਗੇ ਕੰਮ ਤੇ ਲਾ ਲੈਣਾ। ਪਹਿਲਾਂ ਕੁਝ ਸਮਾਂ ਗੁਰੂ ਜੀ ਆਪਣੇ ਭੈਣ ਬਣਮਈਏ ਪਾਸ ਵਿਹਲੇ ਹੀ ਆਨੰਦ ਲੈਂਦੇ ਰਹੇ। ਉਪਰੰਤ ਜੈ ਰਾਮ ਜੀ ਨੇ ਆਪ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀ ਦਾ ਕੰਮ ਕਰਨ ਵਾਸਤੇ ਲਵਾ ਦਿੱਤਾ। ਗੁਰੂ ਜੀ ਪਾਸ ਸਵੇਰ ਤੋਂ ਸ਼ਾਮ ਤੱਕ ਮੋਦੀ ਖਾਨੇ ਸੌਦਾ ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ। ਗੁਰੂ ਜੀ ਜਦ ਗਾਹਕਾਂ ਨੂੰ ਸੌਦਾ ਤੋਲ ਕੇ ਦਿੰਦੇ ਤਾਂ 13 ਦੀ ਧਾਰਨ ਤੋਲ ਕੇ ਫਿਰ 13 ਹੀ 13 ਆ ਕੇ ਧਾਰਨਾ ਪਾਈ ਜਾਂਦੇ। ਆਪ ਜੀ ਦਾ ਇਹ ਵਰਤਾਵਾ ਵੇਖ ਕੇ ਈਰਖਾਵਾਦੀ ਨਿੰਦਕਾਂ ਨੇ ਨਵਾਬ ਨੂੰ ਕਿਹਾ ਕਿ ਆਪ ਜੀ ਦਾ ਮੋਦੀ ਸਭ ਰਸਤ ਲੁਟਾਈ ਜਾ ਰਿਹਾ ਹੈ, ਥੋੜੇ ਸਮੇਂ ਵਿੱਚ ਹੀ ਮੋਦੀ ਖਾਨਾ ਖਾਲੀ ਕਰ ਜਾਏਗਾ। ਇਹ ਸ਼ਿਕਾਇਤ ਸੁਣ ਕੇ ਨਵਾਬ ਨੇ ਆਪਣੇ ਅਹਿਲਕਾਰਾਂ ਨੂੰ ਮੋਦੀ ਖਾਨੇ ਦਾ ਹਿਸਾਬ ਕਰਨ ਵਾਸਤੇ ਹੁਕਮ ਦੇ ਦਿੱਤਾ। ਜਦ ਹਿਸਾਬ ਹੋਇਆ ਤਾਂ ਗੁਰੂ ਜੀ ਦਾ 135 ਰੁਪਇਆਂ ਦਾ ਵਾਧਾ ਨਿਕਲਿਆ। ਵਾਧਾ ਸੁਣ ਕੇ ਨਵਾਬ ਬੜਾ ਪ੍ਰਸੰਨ ਹੋਇਆ ਅਤੇ ਗੁਰੂ ਜੀ ਫਿਰ ਪਹਿਲਾਂ ਵਾਂਗੂ ਹੀ ਖੁੱਲੇ ਹੱਥੀ ਮੋਦੀ ਦੀ ਕਾਰ ਕਰਨ ਲੱਗੇ। ਜਦ ਕੁਝ ਸਾਲ ਮੋਦੀ ਦੀ ਕਾਰ ਕਰਦਿਆਂ ਨੂੰ ਬੀਤ ਗਏ ਤਾਂ ਆਪ ਜੀ ਦੀ ਕਿਰਤੀ ਦੂਰ ਦੂਰ ਤੱਕ ਫੈਲ ਗਈ। ਆਪ ਜੀ ਨੂੰ ਜੋਗ ਵਰ ਵੇਖ ਕੇ ਪੱਖੋਂ ਕੇ ਰਣਾਵੇ ਪਿੰਡ ਦੇ ਮੂਲ ਚੰਦ ਚੋਣਾ ਖੱਤਰੀ ਨੇ ਲਾਗੀ ਭੇਜ ਕੇ ਆਪਣੀ ਸਪੁੱਤਰੀ ਸਲੱਖਣੀ ਜੀ ਦਾ ਸਗਨ ਭੇਜ ਦਿੱਤਾ। ਭਾਈਆ ਜੈ ਰਾਮ ਜੀ ਅਤੇ ਬੀਬੀ ਨਾਨਕੀ ਜੀ ਨੇ ਬੜੀ ਪ੍ਰਸੰਨਤਾ ਨਾਲ ਸਗਨ ਪ੍ਰਵਾਨ ਕਰ ਲਿਆ। ਉਪਰੰਤ ਦਿਨ ਨਿਯਮ ਕਰਕੇ ਜੇਠ ਦੇ ਮਹੀਨੇ ਵਿੱਚ ਬਿਕਰਮੀ ਨੂੰ ਸੁਲਤਾਨਪੁਰ ਤੋਂ ਜਨ ਚੜ੍ਹ ਕੇ ਬਟਾਲਾ, ਜਿੱਥੇ ਮੂਲ ਚੰਦ ਚੋਣੇ ਦਾ ਘਰ ਸੀ, ਉੱਥੇ ਢੁਕੀ ਅਤੇ 2 ਦਿਨ ਜਨ ਮੂਲ ਚੰਦ ਦੇ ਵਿਦਾ ਕੀਤੀ, ਜੋ ਡੋਲੀ ਲੈ ਕੇ ਖੁਸ਼ੀਆਂ ਤੇ ਬਾਜਿਆਂ ਨਾਲ ਸੁਲਤਾਨਪੁਰ ਲੋਧੀ ਪਹੁੰਚ ਗਈ। ਗੁਰੂ ਜੀ ਮੋਦੀ ਖਾਨੇ ਦੀ ਕਾਰ ਨੂੰ ਉਸ ਤਰ੍ਹਾਂ ਪਹਿਲੇ ਵਾਂਗ ਹੀ ਉਦਾਰਤਾ ਨਾਲ ਚਲਾ ਰਹੇ ਸਨ ਕਿ ਈਰਖਾਵਾਦੀਆਂ ਨੇ ਫਿਰ ਨਵਾਬ ਪਾਸ ਚੁਗਲੀ ਕੀਤੀ ਕਿ ਤੁਹਾਡਾ ਮੋਦੀ ਬੜੀ ਬੇਪਰਵਾਹੀ ਨਾਲ ਮੋਦੀ ਖਾਨਾ ਲੁਟਾਈ ਜਾ ਰਿਹਾ ਹੈ, ਥੋੜੇ ਦਿਨਾਂ ਵਿੱਚ ਹੀ ਮੋਦੀ ਖਾਨਾ ਖਾਲੀ ਹੋਣ ਜਾਣ ਵਾਲਾ ਹੈ। ਇਹ ਗੱਲ ਸੁਣ ਕੇ ਨਵਾਬ ਨੇ ਫਿਰ ਆਪਣੇ ਮੁਨਸ਼ੀ ਨੂੰ ਮੋਦੀ ਦਾ ਲੇਖਾ ਕਰਨ ਵਾਸਤੇ ਆਖਿਆ। ਮੁਨਸ਼ੀ ਨੇ ਬੜੀ ਸੂਝ-ਬੂਝ ਤੇ ਤਕੜਾਈ ਨਾਲ ਲੇਖੇ ਦੀ ਪੜਤਾਲ ਕਰਕੇ ਨਵਾਬ ਨੂੰ ਦੱਸਿਆ ਕਿ ਮੋਦੀ ਦੇ 301 ਰੁਪਏ ਸਰਕਾਰ ਵੱਲ ਵੱਧ ਨਿਕਲੇ ਹਨ। ਆਪਣੇ ਮੁਨਸ਼ੀ ਪਾਸੋਂ ਇਹ ਗੱਲ ਸੁਣ ਕੇ ਨਵਾਬ ਬਹੁਤ ਪ੍ਰਸੰਨ ਹੋਇਆ ਅਤੇ ਗੁਰੂ ਜੀ ਨੂੰ ਫਿਰ ਆਪਣੇ ਮੋਦੀ ਦੀ ਕਾਰ ਕਰਨ ਵਾਸਤੇ ਰਹਿਣ ਦਿੱਤਾ। ਜਦ ਇਸ ਤਰ੍ਹਾਂ ਹੀ ਸਦਾ ਵਾਂਗੂ ਖੁੱਲੇ ਹੱਥ ਮੋਦੀ ਦੀ ਕਾਰ ਕਰਦਿਆਂ ਨੂੰ ਫਿਰ ਕੁਝ ਸਮਾਂ ਬੀਤ ਗਿਆ ਤਾਂ ਈਰਖਾਵਾਦੀ ਚੁਗਲ ਲੋਕਾਂ ਨੇ ਫਿਰ ਨਵਾਬ ਨੂੰ ਜਾ ਕੇ ਕਿਹਾ ਕਿ ਹੁਣ ਤਾਂ ਪਹਿਲਾਂ ਤੋਂ ਵੀ ਦੂਣਾ ਚੋਣਾ ਮੋਦੀ ਖਾਨਾ ਮੋਦੀ ਲੁਟਾਈ ਜਾ ਰਿਹਾ ਹੈ। ਬਿਨਾਂ ਕਿਸੇ ਲਿਖਣ ਪੜ੍ਹਨ ਦੇ ਸਭ ਨੂੰ ਜੋ ਵੀ ਉਸ ਕੋਲ ਆਵੇ ਅਣਤੋਲਿਆ ਮਿਣਿਆ ਹੀ ਸਭ ਕੁਝ ਦੇ ਹੀ ਜਾਂਦਾ ਹੈ। ਜੇ ਸਭ ਕੁਝ ਲੁਟਾ ਕੇ ਨਸ ਗਿਆ ਤਾਂ ਫਿਰ ਕੀ ਲਵੋਗੇ। ਨਵਾਬ ਨੇ ਉਹਨਾਂ ਦੀ ਗੱਲ ਤੇ ਭਰੋਸਾ ਕਰਕੇ ਫਿਰ ਆਪਣੇ ਮੁਨਸ਼ੀ ਨੂੰ ਆਖਿਆ ਕਿ ਛੇਤੀ ਤੋਂ ਛੇਤੀ ਮੋਦੀ ਖਾਨੇ ਦੀ ਪੜਤਾਲ ਕਰਕੇ ਦੱਸੋ ਕਿ ਕੀ ਵਧਿਆ ਹੈ ਤੇ ਕੀ ਘਟਿਆ ਹੈ। ਇਸ ਵਾਰ ਵੀ ਜਦ ਮੁਨਸ਼ੀ ਨੇ ਪੜਤਾਲ ਕੀਤੀ ਤਾਂ ਗੁਰੂ ਜੀ ਦਾ 760 ਰੁਪਈਆਂ ਦਾ ਨਵਾਬ ਵੱਲ ਵਾਧਾ ਨਿਕਲਿਆ। ਇੱਕ ਦਿਨ ਆਪਣੀ ਨਿੱਤ ਦੀ ਮਰਜ਼ਾਦਾ ਅਨੁਸਾਰ ਜਦ ਗੁਰੂ ਜੀ ਅੰਮ੍ਰਿਤ ਵੇਲੇ ਵੇਈ ਵਿੱਚ ਇਸ਼ਨਾਨ ਕਰਨ ਗਏ ਤਾਂ ਕਿਨਾਰੇ ਪਰ ਆਪਣੇ ਕੱਪੜੇ ਸੇਵਾਦਾਰ ਨੂੰ ਫੜਾ ਕੇ ਆਪ ਪਾਣੀ ਵਿੱਚ ਚੁੰਬੀ ਮਾਰ ਕੇ ਅਜਿਹੇ ਲੋਪ ਹੋਏ ਕਿ ਬਾਹਰ ਨਾ ਆਏ। ਸੇਵਾਦਾਰ ਨੇ ਨਵਾਬ ਦੌਲਤ ਖਾਂ ਅਤੇ ਭਾਈਆ ਜੈ ਰਾਮ ਜੀ ਨੂੰ ਜਾ ਕੇ ਦੱਸਿਆ। ਇਹਨਾਂ ਨੇ ਬਹੁਤ ਭਾਲ ਕਰਵਾਈ, ਨਦੀ ਵਿੱਚ ਆਦਮੀ ਵਾੜੇ, ਜਾਲ ਪਵਾਏ, ਪਰ ਆਪ ਜੀ ਦਾ ਕੋਈ ਪਤਾ ਨਾ ਲੱਗਾ। ਜਦ 3 ਦਿਨ ਪਿੱਛੋਂ ਗੁਰੂ ਜੀ ਬੇਈ ਨਦੀ ਤੋਂ ਬਾਹਰ ਆਏ
ਤਾਂ ਆਪ ਜੀ ਦੇ ਦਰਸ਼ਨ ਕਰਨ ਵਾਲਿਆਂ ਦੀਆਂ ਭੀੜਾਂ ਲੱਗ ਗਈਆਂ। ਪ੍ਰੇਮੀਆਂ ਨੇ ਪੁੱਛਿਆ, ਮਹਾਰਾਜ ਆਪ 3 ਦਿਨ ਨਦੀ ਵਿੱਚ ਕਿਸ ਤਰ੍ਹਾਂ ਰਹੇ? ਜਦ ਗੁਰੂ ਜੀ ਨੇ ਦੱਸਿਆ ਕਿ ਇੱਥੋਂ ਅਸੀਂ ਨਿਰੰਕਾਰ ਪਾਸ ਸੱਚਖੰਡ ਗਏ ਸੀ। ਨਿਰੰਕਾਰ ਜੀ ਨੇ ਸਾਨੂੰ ਆਗਿਆ ਕੀਤੀ ਕਿ ਆਪ ਲੋਕਾਂ ਵਿੱਚ ਪ੍ਰੇਮਾ ਭਗਤੀ ਪੈਦਾ ਕਰਕੇ ਸਤਨਾਮ ਦਾ ਪ੍ਰਚਾਰ ਕਰੋ। ਬੇਈ ਨਦੀ ਤੋਂ ਚੱਲ ਕੇ ਗੁਰੂ ਜੀ ਆਪਣੀ ਹੱਟੀ ਪਹੁੰਚੇ ਅਤੇ ਸਭ ਕੁਝ ਤਿਆਗ ਕੇ ਫਕੀਰੀ ਬਾਣਾ ਧਾਰਨ ਕਰਕੇ ਮੜੀਆਂ ਵਿੱਚ ਜਾ ਬੈਠੇ ਅਤੇ ਨਾ ਕੋਈ ਹਿੰਦੂ ਨਾ ਮੁਸਲਮਾਨ ਦੇ ਬਚਨ ਉਚਾਰਦੇ ਹੋਏ 3 ਮਹੀਨੇ ਮੜੀਆਂ ਵਿੱਚ ਹੀ ਬੈਠੇ ਰਹੇ। ਇਸ ਸਮੇਂ ਵਿੱਚ ਮੂਲ ਚੰਦ ਚੋਹਣੇ ਆਪ ਜੀ ਦੇ ਸਹੁਰੇ ਅਤੇ ਚੰਦੋ ਰਾਣੀ ਸੱਸ ਨੇ ਸਾਮੇ ਪੰਡਤ ਨੂੰ ਭੇਜਿਆ ਕਿ ਆਪ ਜੀ ਨੂੰ ਸਮਝਾ ਕੇ ਘਰ ਲਿਆਏ, ਪਰ ਗੁਰੂ ਜੀ ਨੇ ਉਸ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ ਤੇ ਆਪ ਉੱਥੇ ਹੀ ਬੈਠੇ ਰਹੇ। ਫਿਰ ਸ਼ਹਿਰ ਦੇ ਕਾਜੀ ਨੇ ਜਦ ਸੁਣਿਆ ਕਿ ਨਾਨਕ ਜੀ ਨਾ ਕੋਈ ਹਿੰਦੂ ਨਾ ਮੁਸਲਮਾਨ ਦੀ ਰੱਟ ਲਗਾਈ ਜਾ ਰਹੇ ਹਨ, ਤਾਂ ਕਾਜੀ ਨੇ ਆਪ ਜੀ ਨੂੰ ਪੁੱਛਿਆ ਕਿ ਤੁਹਾਡੇ ਇਹਨਾਂ ਬੋਲਾਂ ਦਾ ਕੀ ਮਤਲਬ ਹੈ? ਤਦ ਗੁਰੂ ਜੀ ਨੇ ਕਿਹਾ ਕਿ ਇਸ ਸਮੇਂ ਆਪਣੇ ਧਰਮ ਅਨੁਸਾਰ ਚੱਲਣ ਵਾਲਾ ਨਾ ਕੋਈ ਸੱਚਾ ਹਿੰਦੂ ਹੈ, ਨਾ ਕੋਈ ਆਪਣੇ ਦੀਨ ਮਜ਼ਹਬ ਅਨੁਸਾਰ ਚੱਲਣ ਵਾਲਾ ਸੱਚਾ ਮੁਸਲਮਾਨ ਹੈ। ਕਾਜ਼ੀ ਨੇ ਜਦ ਇਸ ਤਰ੍ਹਾਂ ਸਾਰੀ ਗੱਲ ਨਵਾਬ ਨੂੰ ਦੱਸੀ ਤਾਂ ਨਵਾਬ ਨੇ ਗੁਰੂ ਜੀ ਨੂੰ ਸੱਦ ਕੇ ਆਖਿਆ ਕਿ ਜੇਕਰ ਤੁਹਾਡੀ ਨਜ਼ਰ ਵਿੱਚ ਹਿੰਦੂ ਮੁਸਲਮਾਨ ਇੱਕ ਬਰਾਬਰ ਹਨ ਤਾਂ ਅੱਜ ਜੁਮੇ ਸ਼ੁੱਕਰਵਾਰ ਦਾ ਦਿਨ ਹੈ, ਤੁਸੀਂ ਮੇਰੇ ਨਾਲ ਮਸੀਤ ਵਿੱਚ ਚੱਲ ਕੇ ਨਮਾਜ਼ ਪੜ੍ਹੋ। ਗੁਰੂ ਜੀ 7 ਬਚਨ ਆ ਕੇ ਨਵਾਬ ਨਾਲ ਮਸਜਿਦ ਵਿੱਚ ਚਲੇ ਗਏ। ਨਵਾਬ ਤੇ ਕਾਜ਼ੀ ਅਤੇ ਹੋਰ ਸਾਰੇ ਲੋਕ ਨਮਾਜ਼ ਪੜ੍ਹਦੇ ਰਹੇ, ਪਰ ਗੁਰੂ ਜੀ ਚੁੱਪਚਾਪ ਖੜੋਤੇ ਰਹੇ। ਜਦ ਨਮਾਜ਼ ਉਪਰੰਤ ਆਪ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ, ਤਾਂ ਆਪ ਜੀ ਨੇ ਦੱਸਿਆ ਕਿ ਨਵਾਬ ਸਾਹਿਬ ਕਾਬਲ ਵਿੱਚ ਘੋੜੇ ਖਰੀਦਦੇ ਫਿਰਦੇ ਸਨ ਅਤੇ ਕਾਜੀ ਸਾਹਿਬ ਇਹ ਸੋਚ ਰਹੇ ਸਨ ਕਿ ਉਹਨਾਂ ਦੀ ਨਵੀਂ ਸੂਈ ਘੋੜੀ ਦਾ ਵਛੇਰਾ ਘਰ ਦੀ ਖੂਹੀ ਵਿੱਚ ਨਾ ਡਿੱਗ ਪਵੇ। ਛੇਤੀ ਘਰ ਜਾਵਾਂ, ਅਸੀਂ ਨਮਾਜ਼ ਕਿਸ ਨਾਲ ਪੜ੍ਹਦੇ? ਸਰੀਰ ਕਰਕੇ ਤੁਸੀਂ ਵੀ ਮਸੀਤ ਵਿੱਚ ਹਾਜ਼ਰ ਸੀ ਤੇ ਮੈਂ ਵੀ ਹਾਜ਼ਰ ਸੀ, ਪਰ ਮਨ ਤੁਹਾਡਾ ਆਪਣੇ ਨਿੱਜੀ ਕੰਮਾਂ ਵਿੱਚ ਲੱਗਾ ਹੋਇਆ ਸੀ ਤੇ ਮੇਰਾ ਮਨ ਤੁਹਾਡੇ ਮਨ ਦੀ ਦੇਖਭਾਲ ਕਰ ਰਿਹਾ ਸੀ। ਆਪ ਜੀ ਦੇ ਇਹ ਬਚਨ ਸੁਣ ਕੇ ਕਾਜੀ ਅਤੇ ਨਵਾਬ ਦੋਹਾਂ ਨੇ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਦੀ ਖਿਮਾ ਮੰਗੀ।